Three questions. This is the name of story of class 8th. So ਅੱਜ ਅਸੀਂ ਇਸ ਸਟੋਰੀ ਦੀ ਸਟੱਡੀ ਕਰਾਂਗੇ, ਟਰਾਂਸਲੇਸ਼ਨ ਕਰਾਂਗੇ ਤੇ ਨਾਲ ਦੀ ਨਾਲ ਇਸ ਸਟੋਰੀ ਨੂੰ ਇੰਜੋਏ ਕਰਾਂਗੇ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਸਟੋਰੀ 3 ਕੁਐਸਚਨ। ਔਰ ਇਸ ਤੋਂ ਪਹਿਲਾਂ ਕਿ ਆਪਾਂ ਸਟੋਰੀ ਸਟਾਰਟ ਕਰੀਏ, ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਵੀ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ। ਥੈਂਕ ਯੂ। ਕਹਿੰਦੇ ਆ A thought came to the mind of a certain king. ਇੱਕ ਵਾਰ ਇੱਕ ਰਾਜੇ ਦੇ ਮਨ ਵਿੱਚ ਇੱਕ ਗੱਲ ਆਈ, ਬੈਠੇ ਬਿਠਾਇਆ। Thought came to the mind. ਮਨ ਦੇ ਵਿੱਚ ਗੱਲ ਆਈ। He thought he would never fail anything if he knew 3 things. ਉਹ ਸੋਚਦਾ ਵੀ ਜੇ ਉਹ 3 ਚੀਜ਼ਾਂ ਜਾਣ ਲਵੇ ਫਿਰ he would never fail, ਫਿਰ ਉਹ ਜ਼ਿੰਦਗੀ 'ਚ ਕਦੀ ਹਾਰੂਗਾ ਨਹੀਂ। ਕਿਹੜੀਆਂ 3 ਚੀਜ਼ਾਂ? The right time for an action, ਕੰਮ ਕਰਨ ਦਾ ਸਹੀ ਸਮਾਂ ਕਿਹੜਾ? The right people to listen to, and ਕਿਹੜੇ ਲੋਕਾਂ ਨੂੰ ਸੁਣਿਆ ਜਾਵੇ? The most important thing to do, ਤੇ ਕਿਹੜਾ ਕੰਮ ਆ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੋਵੇ ਉਹਨੂੰ ਕਰਨਾ। 3 ਚੀਜ਼ਾਂ ਉਹ ਸੋਚਦਾ, ਕਿਹੜਾ ਸਹੀ ਸਮਾਂ, ਕਿਹੜੇ ਲੋਕ ਤੇ ਕਿਹੜਾ ਕੰਮ ਜਿਹੜਾ ਮੇਰੇ ਲਈ ਇੰਪੋਰਟੈਂਟ ਹੋਵੇ, ਮਹੱਤਵਪੂਰਨ ਹੋਵੇ। ਇਹ ਜੇਕਰ ਇਹਦਾ ਮੈਂ 3 ਚੀਜ਼ਾਂ ਜਾਣ ਲਵਾਂ ਫਿਰ ਮੈਂ ਜ਼ਿੰਦਗੀ ਦੇ ਵਿੱਚ ਕਦੀ ਫੇਲ ਨਹੀਂ ਹੋ ਸਕਦਾ। ਦ ਕਿੰਗ ਸੈਂਟ ਮੈਸੇਂਜਰਸ ਥਰੂ ਆਊਟ ਹਿਸ ਕਿੰਗਡਮ। ਕਿੰਗਡਮ ਉਹਦਾ ਰਾਜ, ਜਿੰਨਾ ਵੀ ਉਹਦਾ ਰਾਜ ਹੈ ਨਾ, ਜਿੰਨੀ ਉਹਦੀ ਰਿਆਸਤ ਆ, ਉਹਨੂੰ ਕਿੰਗਡਮ ਬੋਲਦੇ ਆ। ਕਿੰਗ ਨੇ ਆਪਣੇ ਮੈਸੇਂਜਰ ਜਿਹੜੇ ਆ, ਉਹਨੇ ਸਾਰੇ ਆਪਣੇ ਰਾਜ ਦੇ ਵਿੱਚ ਮੈਸੇਂਜਰ ਸੁਨੇਹਾ ਲੈ ਕੇ ਜਾਣ ਵਾਲੇ ਭੇਜੇ। ਹੀ ਪ੍ਰੋਮਿਸਡ ਅ ਲਾਰਜ ਸਮ ਆਫ ਮਨੀ ਟੂ ਐਨੀਵਨ ਹੂ ਵੁੱਡ ਆਨਸਰ ਥੀਸ ਕੁਐਸਚਨਸ। ਉਹਨੇ ਪ੍ਰੋਮਿਸ ਕੀਤਾ, ਕੀ ਕੀਤਾ? ਇਹ ਲਾਰਜ ਸਮ ਆਫ ਮਨੀ, ਬਹੁਤ ਜ਼ਿਆਦਾ ਪੈਸਾ ਦੇਵੇਗਾ। ਕਿਹਨੂੰ? ਐਨੀਵਨ, ਹਰੇਕ ਕਿਸੇ ਨੂੰ ਵੀ ਜਿਹੜਾ ਕੀ ਕਰੇਗਾ, ਇਹਦਾ ਆਨਸਰ ਲੈ ਕੇ ਆਵੇਗਾ। ਇਹਨਾਂ 3 ਸਵਾਲਾਂ ਦੇ ਜਿਹੜਾ ਬੰਦਾ ਸਹੀ ਆਨਸਰ ਲੈ ਕੇ ਆਊਗਾ, ਸਹੀ ਜਵਾਬ ਦੇਵੇਗਾ, ਉਹਨੂੰ ਬਹੁਤ ਵੱਡੀ ਮਾਇਆ ਜਿਹੜੀ ਹੈ ਇਨਾਮ ਦੇ ਤੌਰ 'ਤੇ ਦਿੱਤੀ ਜਾਊਗੀ। ਮੈਨੀ ਵਾਈਜ਼, ਬਹੁਤ ਸਾਰੇ ਸਿਆਣੇ, ਮੈਨ ਕੇਮ ਟੂ ਦ ਕਿੰਗ ਵਿਦ ਦੇਅਰ ਆਨਸਰਸ, ਬਹੁਤ ਸਾਰੇ ਸਿਆਣੇ ਬੰਦੇ ਆਪਣੇ ਵੰਨ-ਸਵੰਨੇ ਆਨਸਰ ਲੈ ਕੇ ਰਾਜੇ ਦੇ ਕੋਲ ਆਏ। ਬਟ ਦੇਅਰ ਆਨਸਰਸ ਵਰ ਆਲ ਡਿਫਰੈਂਟ, ਪਰ ਉਹਨਾਂ ਦੇ ਸਾਰੇ ਜਿੰਨੇ ਆਨਸਰ ਸੀਗੇ ਆਲ ਡਿਫਰੈਂਟ, ਵੱਖ ਵੰਨ-ਸਵੰਨੇ ਸੀਗੇ, ਕਿਸੇ ਦਾ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ। ਇਨ ਰਿਪਲਾਈ ਟੂ ਦ ਫਸਟ ਕੁਐਸਚਨ, ਪਹਿਲੇ ਕੁਐਸਚਨ ਦੇ ਜਵਾਬ ਵਿੱਚ ਉਹਨੂੰ ਕੀ ਆਇਆ? ਕੁਛ ਕਹਿੰਦੇ ਸਮ ਸੈਡ ਦ ਕਿੰਗ ਮਸਟ ਪ੍ਰੀਪੇਅਰ ਏ ਟਾਈਮ ਟੇਬਲ। ਕੁਛ ਕਹਿੰਦੇ ਵੀ ਜੇ ਤੂੰ ਚਾਹੁੰਦਾ ਨਾ ਕਿ ਕਿਹੜਾ ਕੰਮ ਸਹੀ ਸਮਾਂ ਕੀ ਆ, ਕਿੰਗ ਨੂੰ ਜ਼ਰੂਰ ਹੀ, ਮਸਟ ਦਾ ਮਤਲਬ ਜ਼ਰੂਰ ਹੀ ਕੀ ਕਰਨਾ ਚਾਹੀਦਾ? ਪ੍ਰੀਪੇਅਰ, ਤਿਆਰ ਕਰਨਾ ਚਾਹੀਦਾ। ਕੀ ਤਿਆਰ ਕਰਨਾ ਚਾਹੀਦਾ? ਟਾਈਮ ਟੇਬਲ। ਕਹਿੰਦੇ ਕਿ ਕਿੰਗ ਦੇ ਪਹਿਲੇ ਸਵਾਲ ਦੇ ਰਿਪਲਾਈ ਦੇ ਵਿੱਚ ਇਹ ਆਇਆ ਕਿ ਕਿੰਗ ਨੂੰ ਆਪਣਾ ਇੱਕ ਜ਼ਰੂਰ ਹੀ ਟਾਈਮ ਟੇਬਲ ਜਿਹੜਾ ਉਹ ਤਿਆਰ ਕਰਨਾ ਚਾਹੀਦਾ। ਐਂਡ ਫੋਲੋ ਇਟ ਸਟ੍ਰਿਕਟਲੀ, ਤੇ ਇਹਨੂੰ ਫੋਲੋ ਕਰਨਾ ਚਾਹੀਦਾ ਸਟ੍ਰਿਕਟਲੀ, ਸਖਤੀ ਨਾਲ। ਅਦਰ ਸੈਡ, ਦੂਜੇ ਨੇ ਕਿਹਾ ਇਟ ਵਾਜ਼ ਇੰਪੋਸੀਬਲ ਟੂ ਡਿਸਾਈਡ ਇਨ ਐਡਵਾਂਸ ਦਾ ਰਾਈਟ ਟਾਈਮ ਫॉर ਐਵਰੀਥਿੰਗ। ਕਈਆਂ ਨੇ ਇਹਦਾ ਜਵਾਬ ਦਿੱਤਾ, ਕਹਿੰਦੇ ਇਹ ਤਾਂ ਹੈ ਹੀ ਨਹੀਂ ਪੋਸੀਬਲ, ਇਹ ਤਾਂ ਇੰਪੋਸੀਬਲ ਆ, ਮਤਲਬ ਨਾਮੁਮਕਿਨ ਆ ਇਹ ਡਿਸਾਈਡ ਕਰਨਾ ਪਹਿਲਾਂ ਹੀ ਕਿ ਆਉਣ ਵਾਲੇ ਸਮੇਂ ਵਿੱਚ ਕਿਹੜਾ ਸਹੀ ਸਮਾਂ ਹੋਊਗਾ ਕਿਸੇ ਚੀਜ਼ ਦਾ, ਹੈ ਨਾ। ਸਮਾਂ ਆਉਣਾ ਅਜੇ, ਉਹਦੇ ਲਈ ਪਹਿਲਾਂ ਹੀ ਐਡਵਾਂਸ ਅਸੀਂ ਡਿਸਾਈਡ ਕਰੀਏ ਕਿ ਕਿਹੜਾ ਰਾਈਟ ਸਮਾਂ ਹੋਊਗਾ, ਦਿਸ ਇਜ਼ ਇੰਪੋਸੀਬਲ, ਕਈਆਂ ਨੇ ਕਿਹਾ। Therefore, the king should notice everything and do whatever seemed necessary at that particular time. ਤੇ ਇਸ ਕਰਕੇ ਰਾਜੇ ਨੂੰ ਕੀ ਚਾਹੀਦਾ? ਨੋਟਿਸ ਕਰਦਾ ਰਹੇ, ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਾ ਰਹੇ, ਤੇ ਫਿਰ ਉਹ ਕੀ ਕਰੇ? ਡੂ whatever seemed necessary, ਤੇ ਫਿਰ ਉਹ ਕੰਮ ਕਰੇ ਜਿਹੜਾ ਉਹਨੂੰ ਨੈਸੈਸਰੀ ਲੱਗਣਾ, ਨੈਸੈਸਰੀ ਜ਼ਰੂਰੀ, whatever ਜੋ ਵੀ ਉਹਨੂੰ ਜ਼ਰੂਰੀ ਸਹੀ ਲੱਗਦਾ ਐਟ ਦੈਟ ਪਾਰਟੀਕੂਲਰ ਟਾਈਮ, ਤੇ ਫਿਰ ਕਰ ਲਵੇ ਉਸ ਖਾਸ ਸਮੇਂ 'ਤੇ ਜੋ ਉਹਨੂੰ ਸਹੀ ਲੱਗਦਾ। Yet others said the king should have a council of wise men to tell him the right time for every action. ਫਿਰ ਦੂਜਿਆਂ ਨੇ ਕੀ ਕਿਹਾ? ਕਹਿੰਦੇ ਕਿੰਗ ਸ਼ੁੱਡ ਹੈਵ ਏ ਕਾਉਂਸਲ,
ਰਾਜੇ ਕੋਲ ਇੱਕ ਕਾਉਂਸਲ ਹੋਣੀ ਚਾਹੀਦੀ ਆ, ਇੱਕ ਸਭਾ, ਇੱਕ ਕਮੇਟੀ ਬਣਾਉਣੀ ਚਾਹੀਦੀ, ਕਾਹਦੀ? ਵਾਈਜ਼ਮੈਨ ਦੀ, ਸਿਆਣੇ ਬੰਦਿਆਂ ਦੀ। ਵਾਈਜ਼ਮੈਨ ਸਿਆਣੇ ਬੰਦੇ ਜਿਹੜੇ ਉਹਨੂੰ ਟੂ ਟੈਲ ਹਿਮ ਦੱਸਣ, ਕੀ ਦੱਸਣ? ਦਾ ਰਾਈਟ ਟਾਈਮ ਫਾਰ ਐਵਰੀ ਐਕਸ਼ਨ। ਸਿਆਣੇ ਬੰਦਿਆਂ ਦੀ ਰਾਜਾ ਇੱਕ ਕਮੇਟੀ ਬਣਾ ਲਵੇ ਜਿਹਦੇ ਵਿੱਚ ਉਹ ਸਿਆਣੇ ਬੰਦੇ ਜਿਹੜੇ ਰਾਜੇ ਨੂੰ ਦੱਸਣ ਕਿ ਕਿਹੜਾ ਤੇਰਾ ਹੁਣ ਸਹੀ ਸਮਾਂ ਕੰਮ ਕਰਨ ਦਾ, ਐਕਸ਼ਨ ਲੈਣ ਦਾ, ਕੋਈ ਡਿਸੀਜਨ ਲੈਣ ਦਾ। ਸਮ ਅਦਰ ਸੈਡ ਦਾ ਕਿੰਗ ਮਸਟ ਹੈਵ ਮੈਜੀਸ਼ੀਅਨ। ਤੇ ਫਿਰ ਕਈ ਕਹਿੰਦੇ ਵੀ ਰਾਜੇ ਨੂੰ ਤਾਂ ਜ਼ਰੂਰ ਹੀ ਆਪਣੇ ਕੋਲ ਜਾਦੂਗਰ ਰੱਖ ਲੈਣੇ ਚਾਹੀਦੇ ਆ, ਜਾਦੂਗਰ। ਓਨਲੀ ਮੈਜੀਸ਼ੀਅਨਸ ਕੁਡ ਲੁੱਕ ਇਨਟੂ ਦਾ ਫਿਊਚਰ। ਸਿਰਫ ਮੈਜੀਸ਼ੀਅਨ ਹੀ ਹੁੰਦੇ, ਕਹਿੰਦਾ ਜਾਦੂਗਰ ਹੀ ਹੁੰਦੇ ਆ ਜਿਹੜੇ ਫਿਊਚਰ ਦੇ ਵਿੱਚ ਝਾਤ ਮਾਰ ਸਕਦੇ ਆ, ਆਉਣ ਵਾਲੇ ਸਮੇਂ ਦੇ ਬਾਰੇ ਦੱਸ ਸਕਦੇ ਆ। ਐਂਡ ਟੈਲ ਦਾ ਰਾਈਟ ਟਾਈਮ ਫਾਰ ਐਨ ਐਕਸ਼ਨ। ਤੇ ਉਹ ਦੱਸ ਸਕਦੇ ਆ ਸਹੀ ਸਮਾਂ ਕੰਮ ਕਰਨ ਦਾ, ਜਾਦੂਗਰ। ਇਸ ਕਰਕੇ ਕਹਿੰਦਾ ਜਾਦੂਗਰ ਰੱਖ ਲਵੋ। ਸੋ ਸਟੋਰੀ ਦੇ ਵਿੱਚ ਇੱਥੋਂ ਤੱਕ ਕਿੰਗ ਨੂੰ ਤਿੰਨਾਂ ਮਤਲਬ ਇਹਦੇ ਇਸ ਸਵਾਲ ਦੇ ਜਿਹੜਾ ਨਾ, ਇੱਕੋ ਸਵਾਲ ਇੱਥੇ ਕੀ ਹੈ ਜੀ, ਪਹਿਲਾ ਸਵਾਲ, ਇਸ ਸਵਾਲ ਦੇ ਵੱਖ-ਵੱਖ ਉਹਨੂੰ ਆਨਸਰ ਮਿਲਦੇ ਆ। ਪਹਿਲਾਂ ਕੋਈ ਕਹਿੰਦੇ ਟਾਈਮ ਟੇਬਲ ਬਣਾ ਲਓ, ਕੋਈ ਕਹਿੰਦੇ ਆ ਇੰਪੋਸੀਬਲ ਆ, ਐਡਵਾਂਸ ਫਿਊਚਰ ਦੇ ਵਿੱਚ ਆਪਾਂ ਡਿਸਾਈਡ ਨਹੀਂ ਕਰ ਸਕਦੇ। ਕੁਛ ਕਹਿੰਦੇ ਆ ਕਿ ਰਾਜੇ ਨੂੰ ਫਿਰ ਕੋਈ ਜਿਹੜੀਆਂ ਹਰ ਚੀਜ਼ ਦਾ ਨੋਟਿਸ ਕਰਦੇ ਰਹਿਣਾ ਚਾਹੀਦਾ, ਅਤੇ ਜਦੋਂ ਸਹੀ ਸਮਾਂ ਆਵੇ ਤਾਂ ਉਹਨੂੰ ਸਹੀ ਐਕਸ਼ਨ ਲੈ ਲੈਣਾ ਚਾਹੀਦਾ ਜਿਹੜਾ ਜ਼ਰੂਰੀ ਕੰਮ ਲੱਗਦਾ ਉਹਨੂੰ। ਅਤੇ ਜਾਂ ਫਿਰ ਕਈ ਕਹਿੰਦੇ ਆ ਕਿ ਰਾਜੇ ਕੋਲ ਕੋਈ ਇੱਕ ਸਿਆਣੇ ਬੰਦੇ ਦੀ ਕਮੇਟੀ ਹੋਵੇ ਜਿਹੜੇ ਉਹਨੂੰ ਸਹੀ ਸਮੇਂ ਬਾਰੇ ਦੱਸਦੇ ਰਹਿਣ। ਅਤੇ ਜਾਂ ਫਿਰ ਕਈ ਕਹਿੰਦੇ ਆ ਕਿ ਰਾਜੇ ਕੋਲ ਕੁਛ ਜਾਦੂਗਰ ਹੋਣੇ ਚਾਹੀਦੇ ਆ ਜਿਹੜੇ ਜਾਦੂਗਰ, ਕਿਉਂਕਿ ਜਾਦੂਗਰ ਹੀ ਆ ਜਿਹੜੇ ਫਿਊਚਰ ਦੇ ਵਿੱਚ ਝਾਤ ਮਾਰ ਸਕਦੇ ਆ ਅਤੇ ਰਾਜੇ ਨੂੰ ਦੱਸਣਗੇ ਕਿ ਆਹ ਤੇਰੇ ਲਈ ਕੰਮ ਕਰਨਾ ਸਹੀ ਆ। ਇਕਲੀ ਡਿਫਰੈਂਟ ਵਰ ਦ ਆਨਸਰਸ ਟੂ ਦਾ ਸੈਕੰਡ ਕੁਐਸਚਨ। ਅਤੇ ਇਸੇ ਤਰ੍ਹਾਂ ਕਹਿੰਦਾ ਦੂਜੇ ਕੁਐਸਚਨ ਦੇ ਵੀ ਆਨਸਰ ਜਿਹੜੇ ਸੀਗੇ ਬਿਲਕੁਲ ਡਿਫਰੈਂਟ ਟਾਈਪ ਦੇ ਸੀਗੇ, ਵੰਨ ਸਵੰਨੇ ਸੀ। ਸਮ ਸੈਟ ਦਾ ਰਾਈਟ ਪੀਪਲ ਫਾਰ ਅ ਕਿੰਗ ਟੂ ਲਿਸਨ ਟੂ ਵਾਰ ਹਿਜ਼ ਐਡਵਾਈਜ਼ਰ। ਅਤੇ ਕਈ ਕਹਿੰਦੇ ਆ ਕਿ ਜਿਹੜੇ, ਕਿਉਂਕਿ ਰਾਜੇ ਦਾ ਦੂਜਾ ਸਵਾਲ ਸੀ ਨਾ ਕਿ ਕਿੰਨਾਂ ਦੀ ਉਹ ਗੱਲ ਸੁਣੇ, ਅਤੇ ਉਹ ਕਹਿੰਦੇ ਉਹ ਸਹੀ ਪੀਪਲ, ਸਹੀ ਲੋਕ ਉਹ ਆ ਜਿਹੜੇ ਰਾਜੇ ਨੂੰ ਸੁਣਨੇ ਚਾਹੀਦੇ, ਉਹ ਉਹਦੇ ਐਡਵਾਈਜ਼ਰ ਆ, ਸਲਾਹ ਕਰਨ ਦੀ ਗੱਲ ਜਿਹੜੀ ਉਹਨੂੰ ਸੁਣਨੀ ਚਾਹੀਦੀ। ਅਦਰ ਸੈਟ ਹਿਸ ਸੋਲਜਰਸ ਵਰ ਮੋਸਟ ਇੰਪੋਰਟੈਂਟ ਫਾਰ ਹਿਮ ਐਂਡ ਸੋ ਔਨ। ਅਤੇ ਕਈ ਕਹਿੰਦੇ ਉਹਨੂੰ ਆਪਣੇ ਸਿਪਾਹੀਆਂ ਦੀ ਗੱਲ ਸੁਣਨੀ ਚਾਹੀਦੀ ਆ, ਕੋਈ ਕੁਛ ਕਹਿੰਦਾ। ਟੂ ਦਾ ਥਰਡ ਕੁਐਸਚਨ, ਤੀਸਰੇ ਕੁਐਸਚਨ ਦਾ ਆਨਸਰ ਕੀ ਹੈ? ਸਮ ਸੈਟ ਦਾ ਮੋਸਟ ਇੰਪੋਰਟੈਂਟ ਥਿੰਗ ਵਾਜ਼ ਸਾਇੰਸ। ਤੀਸਰੀ ਜਿਹੜੀ ਚੀਜ਼ ਸੀਗੀ ਉਹਦਾ ਸਵਾਲ ਦਾ ਜਵਾਬ ਉਹਨੂੰ ਆਇਆ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਸਾਇੰਸ। ਇਸ ਕਰਕੇ ਕਿਉਂਕਿ ਤੀਸਰਾ ਕੁਐਸਚਨ ਸੀ ਨਾ, ਅਸੀਂ ਵੇਖਦੇ ਹਾਂ ਦਾ ਮੋਸਟ ਇੰਪੋਰਟੈਂਟ ਥਿੰਗ ਟੂ ਡੂ, ਅਤੇ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਆ? ਉਹ ਕਹਿੰਦੇ ਫਿਰ ਤੀਜੇ ਸਵਾਲ ਦਾ ਆਨਸਰ ਸੀ ਸਾਇੰਸ ਆ ਜਿਹੜੀ ਜ਼ਰੂਰੀ ਚੀਜ਼ ਆ। ਅਦਰ ਸਾਈਡ ਇਟ ਵਾਜ਼ ਵਾਰਫੇਅਰ। ਕਈ ਕਹਿੰਦੇ ਵੀ ਜੰਗ ਦਾ ਸਮਾਨ ਜਿਹੜਾ ਜੰਗ ਦੀਆਂ ਤਿਆਰੀਆਂ ਜਿਹੜੀਆਂ ਵਾ ਉਹ ਬੜੀਆਂ ਜ਼ਰੂਰੀ ਇੱਕ ਰਾਜੇ ਲਈ ਹੁੰਦੀਆਂ। ਸਟਿਲ ਅਦਰ ਸਾਈਡ ਇਟ ਵਾਜ਼ ਰਿਲੀਜੀਅਸ ਵਰਸ਼ਿਪ। ਅਤੇ ਕਈ ਫਿਰ ਕਹਿੰਦੇ ਆ ਵੀ ਪਰਮਾਤਮਾ ਦੀ, ਦੇਵੀ ਦੇਵਤਿਆਂ ਦੀ ਪੂਜਾ ਕਰਨੀ ਜਿਹੜੀ ਇਹ ਸਭ ਤੋਂ ਜ਼ਰੂਰੀ ਆ। ਸੋ ਇਹਦੇ ਵੀ ਇਸ ਤੀਜੇ ਕੁਐਸਚਨ ਦੇ ਵੀ ਆਨਸਰ ਡਿਫਰੈਂਟ ਟਾਈਪ ਦੇ ਸੀਗੇ। ਆਲ ਦਾ ਆਨਸਰਸ ਵਰ ਸੋ ਡਿਫਰੈਂਟ। ਸਾਰੇ ਹੀ ਆਨਸਰਸ ਇੰਨੇ ਡਿਫਰੈਂਟ ਸੀ all the answers were so different that the king was not satisfied। ਇੰਨੇ ਵੱਖ ਸੀਗੇ, ਇੰਨੇ ਵੰਨ-ਸਵੰਨੀਆਂ ਵੰਨਗੀਆਂ ਵਾਲੇ ਸੀਗੇ, ਰਾਜਾ ਸੈਟਿਸਫਾਈਡ ਨਹੀਂ ਹੋਇਆ। ਹੀ ਗੇਵ no one any ਰਿਵਾਰਡ ਇਨਾਮ। ਉਹਨੇ ਕਿਸੇ ਨੂੰ ਵੀ ਕੋਈ ਰਿਵਾਰਡ, ਪ੍ਰਾਈਜ਼, ਕੋਈ ਪੈਸਾ, ਕੋਈ ਮਾਇਆ, ਕੁਛ ਨਕਦੀ ਨਹੀਂ ਦਿੱਤੀ। now he decided to seek the advice of a certain hermit who was known for his wisdom। ਫਿਰ ਉਹਨੇ ਇੱਕ ਡਿਸਾਈਡ ਕੀਤਾ ਕਿ ਉਹ ਐਡਵਾਈਸ ਲਵੇ, ਕਿਹਦੀ ਸਲਾਹ ਲਵੇ? ਇੱਕ ਸਿਆਣਾ ਮਹਾਨ ਪੁਰਖ ਜਿਹੜਾ ਸੀ ਨਾ, ਮਹਾਂਪੁਰਖ, ਕੋਈ ਬਾਬਾ, ਸਾਧੂ, ਸੰਤ, ਜਿਹੜਾ ਆਪਣੀ ਵਿਜ਼ਡਮ, ਸਿਆਣਪ ਕਰਕੇ ਮਸ਼ਹੂਰ ਸੀ, ਉਹਦੇ ਕਹਿੰਦਾ ਮੈਂ ਉਹਦੇ ਕੋਲ ਜਾ ਕੇ ਉਹਨੇ ਸਲਾਹ, ਆਪਣੇ ਫੈਸਲਾ ਕੀਤਾ ਸੀ, ਡਿਸਾਈਡਡ ਕਿ ਉਹ ਉਸ ਮਹਾਂਪੁਰਖ ਕੋਲ ਜਾਵੇ, ਉਹਦੀ ਐਡਵਾਈਸ ਲਵੇ ਜਿਹੜਾ ਆਪਣੀ ਸਿਆਣਪ ਕਰਕੇ ਜਾਣਿਆ ਜਾਂਦਾ ਸੀ। ਦਾ ਹਰਮਿਟ ਲਿਵਡ ਇਨ ਏ ਵੁੱਡ ਵਿਚ ਹੀ ਨੈਵਰ ਲੈਫਟ। ਉਹ ਕਿੱਥੇ ਰਹਿੰਦਾ ਸੀ? ਇਨ ਏ ਵੁੱਡ, ਜੰਗਲ ਦੇ ਵਿੱਚ, ਜਿਹਦੇ 'ਚੋਂ ਕਦੀ ਵੀ ਬਾਹਰ ਨਹੀਂ ਸੀ ਆਇਆ। ਹੀ ਮੈਟ ਨਨ। ਉਹ ਕਿਸੇ ਨੂੰ ਵੀ ਨਹੀਂ ਮਿਲਿਆ ਬਟ ਕਾਮਨ ਪੀਪਲ, ਸਿਰਫ ਆਮ ਲੋਕਾਂ ਨੂੰ ਮਿਲਦਾ ਸੀ। ਸੋ ਦਾ ਕਿੰਗ ਪੁੱਟ ਔਨ ਵੈਰੀ ਸਿੰਪਲ ਕਲੋਥਸ। ਪੁੱਟ ਔਨ, ਪਾ ਲਏ, ਕੱਪੜੇ ਪਾਉਣ ਨੂੰ ਪੁੱਟ ਔਨ ਕਹਿੰਦੇ ਆ।
ਇਸ ਕਰਕੇ ਰਾਜੇ ਨੇ ਬੜੇ ਸਾਦੇ ਸਾਦੇ ਕੱਪੜੇ ਪਾ ਲਏ, ਕਿਉਂਕਿ ਉਹ ਜਿਹੜਾ ਮਹਾਂਪੁਰਖ ਸੀਗਾ ਉਹ ਸਿਰਫ ਆਮ ਲੋਕਾਂ ਨੂੰ ਮਿਲਦਾ ਸੀ। ਬਿਫੋਰ ਰੀਚਿੰਗ ਦ ਹਰਮਿਟਸ ਹਟ, ਉਹਨੇ ਹਰਮਿਟ ਦੀ ਜਿਹੜੀ ਮਹਾਂਪੁਰਖ ਦੀ ਹੱਟ, ਉਹਦੀ ਜਿਹੜੀ ਝੌਂਪੜੀ ਸੀ, ਉੱਥੇ ਪਹੁੰਚਣ ਤੋਂ ਪਹਿਲਾਂ ਹੀ ਗਟ ਆਫ ਹਿਜ਼ ਹਾਰਸ, ਗੈਟ ਆਫ, ਗੈਟ ਇਨ, ਗੈਟ ਆਫ ਦਾ ਉਤਰ ਜਾਣਾ ਕਾਰ ਚੋਂ ਜਾਂ ਘੋੜੇ ਤੋਂ, ਗੈਟ ਇਨ ਦਾ ਮਤਲਬ ਚੜ੍ਹ ਜਾਣਾ ਕਾਰ 'ਤੇ, ਗੱਡੀ 'ਤੇ, ਸਵਾਰੀ 'ਤੇ। ਕਹਿੰਦਾ ਹੀ ਗॉट ਆਫ, ਉਹ ਘੋੜੇ ਤੋਂ ਉਤਰ ਗਿਆ। ਹੀ ਲੈਫਟ ਦਾ ਹਾਰਸ ਵਿਦ ਹਿਜ਼ ਬਾਡੀਗਾਰਡਸ ਐਂਡ ਵੈਂਟ ਔਨ ਅਲੋਨ, ਉਹਨੇ ਉੱਥੇ ਆਪਣਾ ਘੋੜਾ ਛੱਡ ਦਿੱਤਾ ਆਪਣੇ ਬਾਡੀਗਾਰਡ ਦੇ ਕੋਲ, ਐਂਡ ਵੈਂਟ ਅਲੋਨ, ਅਤੇ ਇਕੱਲਾ ਹੀ ਚਲਾ ਗਿਆ, ਅਲੋਨ ਇਕੱਲਾ। ਐਜ਼ ਦਾ ਕਿੰਗ ਕੇਮ ਨੀਅਰ ਦ ਹਰਮਿਟਸ ਹਟ ਹੀ ਸਾਅ ਦ ਹਰਮਿਟ ਡਿਗਿੰਗ ਦ ਗਰਾਊਂਡ ਇਨ ਫਰੰਟ ਆਫ ਹਿਜ਼ ਹਟ, ਜਦੋਂ ਉਹ ਉੱਤੇ ਲਾਗੇ ਪਹੁੰਚਿਆ, ਝੌਂਪੜੀ ਦੇ ਲਾਗੇ ਪਹੁੰਚਿਆ, ਉਹ ਕੀ ਵੇਖਦਾ ਕਿ ਜਿਹੜਾ ਮਹਾਂਪੁਰਖ ਆ ਉਹ ਡਿਗ ਪੁੱਟਣਾ, ਡਿਗਿੰਗ ਕਰ ਰਿਹਾ, ਪੁੱਟ ਰਿਹਾ ਵਾ, ਧਰਤੀ ਨੂੰ ਪੁੱਟ ਰਿਹਾ, ਮਤਲਬ ਕਿ ਕੋਈ ਗੋਡੀ ਕਰ ਰਿਹਾ ਉੱਥੇ ਆਪਣੀ ਹੱਟ ਦੇ ਇਨ ਫਰੰਟ ਆਫ। ਇਨ ਫਰੰਟ ਆਫ ਦਾ ਮਤਲਬ ਦੇ ਸਾਹਮਣੇ, ਕਾਹਦੇ ਸਾਹਮਣੇ? ਹੱਟ ਦੇ ਸਾਹਮਣੇ। ਦ ਹਰਮਿਟ ਗ੍ਰੀਟਡ ਦ ਕਿੰਗ ਐਂਡ ਕੰਟੀਨਿਊਡ ਡਿਗਿੰਗ, ਉਹਦੇ ਰਾਜੇ ਨੇ, ਉਹਦੀ ਸਾਧੂ ਨੇ, ਮਹਾਂਪੁਰਖ ਨੇ ਉਹਨੂੰ ਵਿਸ਼ ਕੀਤੀ, ਸਤਿ ਸ਼੍ਰੀ ਅਕਾਲ ਕੀਤੀ, ਜੋ ਵੀ ਉਹ ਕਰਦੇ ਆ, ਨਮਸਕਾਰ ਕੀਤੀ, ਪ੍ਰਣਾਮ ਕੀਤਾ। ਦਾ ਹਰਮਿਟ ਫਿਰ ਉਹਨੇ ਆਪਣੀ ਕੰਟੀਨਿਊ ਕੀਤੀ, ਡਿਗਿੰਗ ਕੰਟੀਨਿਊ ਕੀਤੀ, ਉਹਨੇ ਆਪਣੀ ਜਿਹੜੀ ਪਟਾਈ ਦਾ, ਮਿੱਟੀ ਪੁੱਟਣ ਦਾ ਕੰਮ ਕਰ ਰਿਹਾ ਸੀ ਨਾ, ਉਹ ਗੋਡੀ ਕਰਨ ਦਾ ਜੋ ਵੀ ਕਰ ਰਿਹਾ ਸੀ ਉਹ ਕਰੀ ਗਿਆ। ਦ ਹਰਮਿਟ ਵਾਜ਼ ਓਲਡ ਐਂਡ ਵੀਕ, ਉਹ ਸਾਧੂ ਮਹਾਂਪੁਰਖ ਬਜ਼ੁਰਗ ਵੀ ਸੀ ਅਤੇ ਵੀਕ ਵੀ ਸੀ, ਓਲਡ ਐਂਡ ਵੀਕ, ਕਮਜ਼ੋਰ ਸੀ। ਐਜ਼ ਹੀ ਵਰਕਡ ਹੀ ਬ੍ਰੇਥਡ ਹੈਵੀਲੀ, ਜਦੋਂ ਕੰਮ ਕਰ ਰਿਹਾ ਸੀ ਕੀਤਾ ਅਤੇ ਉਹਨੂੰ ਸਾਹ ਚੜ੍ਹ ਗਿਆ, ਬਹੁਤ ਔਖੇ ਔਖੇ ਸਾਹ ਲੈਣੇ ਸ਼ੁਰੂ ਕਰਤੇ ਨੇ। ਦ ਕਿੰਗ ਵੈਂਟ ਅਪ ਟੂ ਦ ਹਰਮਿਟ ਐਂਡ ਸੈਡ, ਅਤੇ ਫਿਰ ਰਾਜਾ ਉਹਦੇ ਕੋਲ ਪਹੁੰਚਿਆ ਅਤੇ ਕਿਹਾ, ਓ ਵਾਈਜ਼ ਹਰਮਿਟ, ਉਹ ਸਿਆਣੇ ਮਹਾਂਪੁਰਖ ਜੀ, ਬਾਬਾ ਜੀ, ਆਈ ਹੈਵ ਕਮ ਟੂ ਨੋ ਫਰੋਮ ਯੂ ਦ ਆਂਸਰ ਟੂ 3 ਕੁਐਸ਼ਚਨਸ, ਮੈਂ ਤੇ ਤੇਰੇ ਕੋਲ ਆਇਆ ਵਾਂ 3 ਸਵਾਲਾਂ ਦੇ ਆਂਸਰ ਲੈਣ ਲਈ। ਹਾਊ ਕੈਨ ਆਈ ਲਰਨ ਟੂ ਡੂ ਦ ਰਾਈਟ ਥਿੰਗ ਐਟ ਦ ਰਾਈਟ ਟਾਈਮ, ਕਹਿੰਦਾ ਹਾਊ ਕੈਨ, ਮੈਂ ਕਿਵੇਂ, ਆਈ ਲਰਨ ਟੂ ਡੂ, ਮੈਂ ਕਿਵੇਂ ਸਿੱਖਾਂ ਕਿ ਕਿਹੜੀ ਚੀਜ਼ ਕਦੋਂ ਕਰਨ ਦਾ ਕਿਹੜਾ ਸਹੀ ਟਾਈਮ ਹੈ, ਮੈਨੂੰ ਇਹ ਕਿਵੇਂ ਪਤਾ ਲੱਗੇ। ਹਾਊ ਆਰ ਦਾ ਮੋਸਟ ਇੰਪੋਰਟੈਂਟ ਪੀਪਲ ਫਾਰ ਮੀ, ਹੂ ਆਰ ਦਾ ਮੋਸਟ ਇੰਪੋਰਟੈਂਟ ਪੀਪਲ ਫਾਰ ਮੀ, ਮੇਰੇ ਲਈ ਕਿਹੜੇ ਉਹ ਲੋਕ ਜਿਹੜੇ ਬਹੁਤ ਮਹੱਤਵਪੂਰਨ ਆ, ਜਿਨ੍ਹਾਂ ਵੱਲੇ ਮੈਨੂੰ ਧਿਆਨ ਦੇਣਾ ਚਾਹੀਦਾ। ਐਂਡ ਵਟ ਅਫੇਅਰਸ ਨੀਡ ਮਾਈ ਫਸਟ ਅਟੈਚ, ਅਤੇ ਉਹ ਕਿਹੜੇ ਮਸਲੇ ਆ, ਕਿਹੜੇ ਕੰਮ ਆ, ਅਫੇਅਰ ਮਾਮਲੇ ਲਾ ਲਓ, ਮਸਲੇ ਲਾ ਲਓ, ਕੰਮ ਲਾ ਲਓ, ਕਿਹੜੇ ਉਹ ਕੰਮ ਆ ਜਿਨ੍ਹਾਂ ਨੂੰ ਮੇਰੀ ਪਹਿਲੀ ਪ੍ਰਾਇਓਰਟੀ, ਪਹਿਲੀ ਅਟੈਂਸ਼ਨ, ਪਹਿਲਾ ਧਿਆਨ, ਸਭ ਤੋਂ ਪ੍ਰਾਥਮਿਕਤਾ ਦੇਣੀ ਚਾਹੀਦੀ, ਉਹ ਕਿਹੜੇ ਕਿਹੜੇ ਕੰਮ ਆ। ਸੋ ਕਹਿੰਦਾ 3 ਸਵਾਲ ਕਿ ਕਿਹੜਾ, ਮੈਨੂੰ ਇਹ ਦੱਸੋ ਕਿ ਕਿਹੜਾ ਸਹੀ ਸਮਾਂ, ਸਹੀ ਕੰਮ ਕਰਦਾ। ਅਗਲੀ ਗੱਲ ਕਹਿੰਦਾ ਕਿ ਕਿਹੜੇ ਲੋਕ ਆ ਜਿਹੜੇ ਮੇਰੇ ਲਈ ਇੰਪੋਰਟੈਂਟ ਆ, ਮੈਨੂੰ ਪਤਾ ਲੱਗੇ ਕਿਹਨਾਂ ਦੀ ਮੈਂ ਗੱਲ ਸੁਣਾ, ਕਿੰਨੇ ਵੱਲ ਧਿਆਨ ਦਿਆਂ। ਅਤੇ ਦੂਜਾ ਕਹਿੰਦਾ ਮੈਨੂੰ ਕਿਹੜੇ ਕੰਮ ਹੈਗੇ ਆ ਦੱਸੋ ਜਿਹੜੇ ਮੈਂ ਪਹਿਲ ਦੇ ਆਧਾਰ 'ਤੇ ਕਰਾਂ। ਦ ਹਰਮਿਟ ਲਿਸਨ ਟੂ ਦ ਕਿੰਗ ਬਟ ਸੈਡ ਨਥਿੰਗ, ਉਹਨੇ ਉਹਦੀ ਗੱਲ ਤਾਂ ਸੁਣੀ, ਲਿਸਨ ਟੂ, ਗੱਲ ਤਾਂ ਸੁਣੀ ਪਰ ਕਿਹਾ ਕੁਛ ਨਹੀਂ। ਹੀ ਵੈਂਟ ਔਨ ਡਿਗਿੰਗ, ਉਹ ਪੁੱਟਦਾ ਰਿਹਾ। ਯੂ ਆਰ ਟਾਇਰਡ, ਥੱਕ ਗਏ ਹੋ, ਸੈਡ ਦਾ ਕਿੰਗ, ਕਹਿੰਦਾ ਤੁਸੀਂ ਥੱਕ ਗਏ ਹੋ। ਲੈਟ ਮੀ, ਕਰਨ ਦਿਓ, ਲੈਟ ਮੀ, ਮੈਨੂੰ ਕਰਨ ਦਿਓ, ਲੈਟ ਮੀ ਹੈਵ ਦਾ ਸਪੇਡ, ਮੈਨੂੰ ਕਹੀ ਦਿਓ, ਐਂਡ ਡਿਗ ਫਾਰ ਯੂ, ਅਤੇ ਮੈਂ ਤੁਹਾਡੇ ਲਈ ਇਹ ਪੁੱਟ ਦੇਣਾ। ਥੈਂਕਸ ਸੈਡ ਦਾ ਹਰਮਿਟ, ਉਹਨੇ ਦਾ ਸ਼ੁਕਰੀਆ ਅਦਾ ਕੀਤਾ। ਹੀ ਗੇਵ ਹਿਜ਼ ਸਪੇਡ ਟੂ ਦ ਕਿੰਗ ਐਂਡ ਸੈਟ ਡਾਊਨ ਔਨ ਦ ਗਰਾਊਂਡ, ਉਹਨੇ ਆਪਣੀ ਕਹੀ ਰਾਜੇ ਨੂੰ ਦੇ ਦਿੱਤੀ ਅਤੇ ਗਰਾਊਂਡ 'ਤੇ ਜ਼ਮੀਨ 'ਤੇ ਬੈਠ ਗਿਆ। ਵੈਨ ਦ ਕਿੰਗ ਹੈਡ ਡਗ 2 ਬੈਡਸ ਹੀ ਸਟੋਪਡ ਐਂਡ ਰਿਪੀਟਡ ਹਿਜ਼ ਕੁਐਸ਼ਚਨਸ, ਜਦੋਂ ਉਹਨੇ ਲਗਭਗ 2 ਬੈੱਡ, ਮਤਲਬ ਲਾ ਲਓ 2 ਮਰਲਿਆਂ ਦਾ ਉਹਨੇ ਥਾਂ ਜਦੋਂ ਪੁੱਟ ਲਿਆ ਅਤੇ ਉਹਨੇ ਰੁਕ ਗਿਆ, ਮਤਲਬ ਆਪਣਾ ਪੁੱਟਣਾ ਬੰਦ ਕਰ ਦਿੱਤਾ। ਐਂਡ ਰਿਪੀਟਡ, ਦੁਹਰਾਏ ਆਪਣੇ ਸਾਰੇ ਕੁਐਸਚਨ। ਫਿਰ ਉਹਨੂੰ ਬਾਬੇ ਨੂੰ ਕਹਿੰਦਾ ਵੀ ਬਾਬਾ ਜੀ ਮੇਰੇ 3 ਸਵਾਲ ਆ, ਇਹਨਾਂ ਦੇ ਜਵਾਬ ਤਾਂ ਦਿਓ। ਸਟਿਲ ਦਾ ਹਰਮਿਟ ਗੇਵ ਨੋ ਆਂਸਰ, ਫਿਰ ਵੀ ਉਹਨੇ ਉਹਨੂੰ ਕੋਈ ਆਂਸਰ ਨਹੀਂ ਦਿੱਤਾ, ਗੇਵ ਨੋ ਆਂਸਰ। ਹੀ ਸਟੂਡ ਅਪ, ਸਟਰੈਚ ਆਊਟ ਹਿਜ਼ ਹੈਂਡ ਫਾਰ ਦਾ ਸਪੀਡ, ਉਹ ਖੜਾ ਹੋ ਗਿਆ। ਕੌਣ? ਹਰਮਿਟ ਬਾਬਾ। ਅਤੇ ਕੀ ਕੀਤਾ ਉਹਨੇ? ਸਟਰੈਚਡ ਆਊਟ ਹਿਜ਼ ਹੈਂਡਸ, ਉਹਨੇ ਆਪਣੇ ਹੱਥ ਅੱਗੇ ਵਧਾਏ ਕਹੀ ਲੈਣ ਲਈ।
ਤੇ ਕੀ ਕਿਹਾ, ਐਂਡ ਸੈਡ ਟੂ ਦਾ ਕਿੰਗ, ਤੇ ਰਾਜੇ ਨੂੰ ਕਹਿੰਦਾ ਯੂ ਕੈਨ ਰੈਸਟ ਫਾਰ ਏ ਵਾਈਲ, ਤੂੰ ਕਹਿੰਦਾ ਥੋੜ੍ਹੇ ਚਿਰ ਲਈ, ਫਾਰ ਏ ਵਾਈਲ ਥੋੜ੍ਹੇ ਚਿਰ ਲਈ ਰੈਸਟ ਕਰ ਲਾ, ਆਰਾਮ ਫਰਮਾ ਲਾ, ਐਂਡ ਲੈਟ ਮੀ ਵਰਕ, ਤੇ ਮੈਨੂੰ ਕੰਮ ਕਰਨ ਦੇ। ਬਟ ਦ ਕਿੰਗ ਡਿਡਨਟ ਗਿਵ ਹਿਮ ਦਾ ਸਪੇਡ, ਪਰ ਰਾਜੇ ਨੇ ਉਹਨੂੰ ਉਹ ਸਪੇਡ ਜਿਹੜੀ ਹੀ ਕਹੀ ਸੀ ਜਿਹੜੀ ਉਹਨੂੰ ਨਹੀਂ ਦਿੱਤੀ। ਹੀ ਕੰਟੀਨਿਊ ਡਿਗਿੰਗ ਫਾਰ ਏ ਲੌਂਗ ਟਾਈਮ, ਉਹਨੇ ਬਹੁਤ ਲੰਮਾ ਸਮਾਂ ਤੱਕ ਉਹ ਫਿਰ ਪੁੱਟ ਪਟਈਆ ਜਿਹਾ ਕਰਦਾ ਰਿਹਾ ਉੱਥੇ ਮਿੱਟੀ ਦੇ ਨਾਲ। ਦ ਸਨ ਹੈਡ ਗੋਨ ਡਾਊਨ ਬਿਹਾਈਂਡ ਦਾ ਟਰੀਜ਼, ਤੇ ਫਿਰ ਇਹਨੇ ਉਦੋਂ ਤੱਕ ਕਰਦਾ ਰਿਹਾ ਕਿ ਜਿਹੜਾ ਸੂਰਜ ਆ ਉਹ ਰੁੱਖਾਂ ਦੇ ਪਿੱਛੇ ਜਾ ਕੇ ਛੁਪ ਗਿਆ, ਬਿਹਾਈਂਡ ਪਿੱਛੇ। ਐਟ ਲਾਸਟ ਦ ਕਿੰਗ ਸਟਕ ਦ ਸਪੇਡ ਇਨ ਟੂ ਦ ਗਰਾਊਂਡ, ਅਖੀਰ ਫਿਰ ਉਹਨੇ ਜਿਹੜੀ ਸਪੇਡ ਸੀ ਜਿਹੜੀ ਕਹੀ ਸੀਗੀ ਗਰਾਊਂਡ ਦੇ ਵਿੱਚ ਉਹਨੇ ਗੱਡ ਕੇ ਰੱਖ ਦਿੱਤੀ। ਸਟਿਕ ਤੋਂ ਬਣਿਆ ਜਿੱਦਾਂ ਆਪਾਂ ਸਟਿੱਕਰ ਬੋਲਦੇ ਹਾਂ ਨਾ, ਜਿਹੜੀ ਚਿਪਕ ਜਾਂਦੀ ਆ ਕੰਧ ਦੇ ਨਾਲ ਕੋਈ ਚੀਜ਼, ਕਿਸੇ ਚੀਜ਼ ਦੇ ਨਾਲ ਉਹਨੂੰ ਆਪਾਂ ਸਟਿੱਕਰ ਬੋਲਦੇ ਹਾਂ। ਸਟਿੱਕ ਚਿਪਕਣਾ, ਫਿਕਸ ਹੋ ਜਾਣਾ, ਉਹਨੂੰ ਸਟਿੱਕ ਕਹਿੰਦੇ। ਉਹਦੀ ਸੈਕੰਡ ਫਾਰਮ ਆ ਸਟਕ, ਫਿਕਸ ਕਰਨਾ। ਸੋ ਕਹਿੰਦਾ ਉਹਨੇ ਸਟਕ ਕੀਤਾ, ਮਤਲਬ ਉੱਥੇ ਕਈ ਜਿਹੜੀ ਸੀ ਉਹਨੂੰ ਜ਼ਮੀਨ ਦੇ ਵਿੱਚ ਗੱਡ ਕੇ ਜਿੱਦਾਂ ਗੋੜਦੇ ਨੇ, ਤੇ ਉਹ ਜਿਹੜਾ ਰਾਜਾ ਸੀ ਉਹ ਬੋਲਿਆ, ਕਹਿੰਦਾ ਉਹ ਵਾਈਜ਼ ਹਰਮਿਟ, ਉਹ ਸਿਆਣੇ ਮਹਾਂਪੁਰਖ, ਆਈ ਕੇਮ ਟੂ ਯੂ ਟੂ ਨੋ ਦਾ ਆਨਸਰਸ ਟੂ ਮਾਈ ਕੁਐਸਚਨਸ, ਤੇ ਮੈਂ ਤਾਂ ਤੇਰੇ ਕੋਲ ਆਪਣੇ ਸਵਾਲਾਂ ਦੇ ਜਵਾਬ ਲੈਣ ਆਇਆ। ਇਫ ਯੂ ਹੈਵ ਨਨ ਟੂ ਗਿਵ, ਜੇ ਤੇਰੇ ਕੋਲ ਮੇਰਾ ਕੋਈ ਜਵਾਬ ਨਹੀਂ ਹੈਗਾ, ਨਨ ਟੂ ਗਿਵ, ਜੇ ਤੇਰੇ ਕੋਲ ਦੇਣ ਨੂੰ ਕੁਛ ਨਹੀਂ ਹੈਗਾ, ਪਲੀਜ਼ ਟੈਲ ਮੀ ਸੋ, ਫਿਰ ਮੈਨੂੰ ਦੱਸ। ਆਈ ਵਿਲ ਗੋ ਬੈਕ ਹੋਮ, ਇਟ ਇਜ਼ ਗੈਟਿੰਗ ਲੇਟ, ਤੇ ਮੈਂ ਤੇ ਭਰਾਵਾ ਅੱਗੇ ਲੇਟ ਹੋਣ ਡਿਆ, ਮੈਨੂੰ ਦੱਸ, ਨਹੀਂ ਤੇ ਮੈਂ ਘਰ ਨੂੰ ਜਾਵਾਂ, ਗੈਟਿੰਗ ਲੇਟ ਹੋ ਰਿਹਾ। ਹੇਅਰ ਕਮਸ ਸਮਵਨ ਰਨਿੰਗ ਸੈਡ ਦਾ ਹਰਮਿਟ, ਕਹਿੰਦਾ ਉਹ ਇੱਕ ਬੰਦਾ ਭੱਜਾ ਹੋਣ ਡਿਆ। ਦ ਕਿੰਗ ਟਰਨ ਰਾਊਂਡ ਐਂਡ ਸਾ ਏ ਬੀਅਰਡਡ ਦਾੜੀ ਵਾਲਾ ਰਨਿੰਗ ਟੁਵਾਰਡ, ਤੇ ਉਹ ਘੁੰਮਿਆ, ਟਰਨ ਰਾਊਂਡ, ਉਹਨੂੰ ਘੁੰਮ ਕੇ ਵੇਖਿਆ ਕਿ ਇੱਕ ਦਾੜੀ ਵਾਲਾ ਬੰਦਾ ਉਹਨਾਂ ਵੱਲੇ ਭੱਜਾ ਰਿਹਾ। ਹਿਜ਼ ਹੈਂਡਸ ਵਰ ਪ੍ਰੈਸਡ ਅਗੇਂਸਟ ਹਿਜ਼ ਸਟਮਕ ਫਰੋਮ ਵਿਚ ਬਲੱਡ ਵਾਜ਼ ਫਲੋਇੰਗ, ਜਿਹਦੇ ਵਿੱਚੋਂ ਬਲੱਡ ਜਿਹੜਾ ਵਾ ਉਹ ਨਿਕਲ ਰਿਹਾ ਸੀ, ਸਟਮਕ। ਹਿਜ਼ ਹੈਂਡਸ ਵਰ ਪ੍ਰੈਸਡ ਅਗੇਂਸਟ, ਉਹਨੇ ਆਪਣੇ ਹੱਥਾਂ ਨਾਲ ਆਪਣੇ ਸਟਮਕ ਨੂੰ, ਆਪਣੇ ਪੇਟ ਨੂੰ ਦਬਾਇਆ ਸੀ, ਜਿਹਦੇ ਵਿੱਚੋਂ ਬਲੱਡ ਵਾਜ਼ ਫਲੋਇੰਗ, ਬਲੱਡ ਵਾਜ਼ ਫਲੋਇੰਗ, ਲਹੂ ਖੂਨ ਨਿਕਲ ਰਿਹਾ ਸੀ, ਵਹਿ ਰਿਹਾ ਸੀ, ਫਲੋਇੰਗ ਵਹਿਣਾ। ਵੈਨ ਹੀ ਰੀਚ ਦ ਕਿੰਗ, ਜਦੋਂ ਕਿੰਗ ਦੇ ਕੋਲ ਆਇਆ, ਹੀ ਫੇਂਟਡ ਐਂਡ ਫੈਲ ਟੂ ਦ ਗਰਾਊਂਡ, ਉਹ ਫੇਂਟਡ, ਬੇਹੋਸ਼ ਹੋ ਗਿਆ ਅਤੇ ਗਰਾਊਂਡ 'ਤੇ ਡਿੱਗ ਪਿਆ, ਫੈਲ। ਦ ਕਿੰਗ ਐਂਡ ਦ ਹਰਮਿਟ ਰਿਮੂਵਡ ਦ ਮੈਨਸ ਕਲੋਥਿੰਗ ਐਂਡ ਫਾਊਂਡ ਏ ਲਾਰਜ ਵਾਊਂਡ ਇਨ ਹਿਜ਼ ਸਟਮਕ, ਤੇ ਰਾਜੇ ਨੇ ਤੇ ਉਸ ਮਹਾਂਪੁਰਖ ਨੇ ਕੀ ਕੀਤਾ, ਰਿਮੂਵ ਕੀਤਾ, ਉਹਦੇ ਕੱਪੜਿਆਂ ਨੂੰ ਲਾਹ ਦਿੱਤਾ। ਐਂਡ ਫਾਊਂਡ ਏ ਲਾਰਜ ਵਾਊਂਡ, ਤੇ ਉਹਨਾਂ ਨੇ ਕੀ ਵੇਖਿਆ ਕਿ ਵੱਡਾ ਸਾਰਾ ਜ਼ਖਮ ਉਹਦੇ ਪੇਟ 'ਚ ਹੋਇਆ ਸੀ। ਦ ਕਿੰਗ ਵਾਸ਼ਡ ਐਂਡ ਕਵਰਡ ਦ ਵਾਊਂਡ ਵਿਦ ਹਿਜ਼ ਹੈਂਡਕਰਚੀਫ, ਤੇ ਰਾਜੇ ਨੇ ਉਹਦੇ ਜ਼ਖਮ ਨੂੰ ਧੋਤਾ ਤੇ ਆਪਣੇ ਰੁਮਾਲ ਦੇ ਨਾਲ ਉਹਦੇ ਜ਼ਖਮ ਨੂੰ ਕਵਰ ਕੀਤਾ। ਬਟ ਦਾ ਬਲੱਡ ਵੁੱਡ ਨਾਟ ਸਟਾਪ ਫਲੋਇੰਗ, ਪਰ ਜਿਹੜਾ ਉਹਦਾ ਖੂਨ ਸੀ ਉਸ ਬੰਦੇ ਦਾ ਉਹ ਵਹਿਣੋਂ ਰੁਕਿਆ ਨਹੀਂ। ਬਟ ਦਾ ਬਲੱਡ ਵੁੱਡ ਨਾਟ ਸਟਾਪ ਫਲੋਇੰਗ। ਦ ਕਿੰਗ ਡਰੈਸਡ, ਪੱਟੀ ਕਰ, ਦ ਵਾਊਂਡ ਅਗੇਂਸਟ ਐਂਡ ਅਗੇਂਸਟ, ਰਾਜੇ ਨੇ ਉਸ ਦੇ ਜ਼ਖਮ ਦੀ ਅਗੇਨ ਐਂਡ ਅਗੇਨ, ਦ ਕਿੰਗ ਡਰੈਸਡ ਦ ਵਾਊਂਡ ਅਗੇਨ ਐਂਡ ਅਗੇਨ, ਰਾਜੇ ਨੇ ਉਹਦੇ ਜ਼ਖਮ ਦੀ ਵਾਰ-ਵਾਰ ਪੱਟੀ ਕੀਤੀ। ਐਟ ਲਾਸਟ ਦ ਬਲੀਡਿੰਗ ਸਟਾਪਡ, ਤੇ ਅਖੀਰ ਉਹਦੀ ਜਿਹੜੀ ਬਲੀਡਿੰਗ ਸੀਗੀ, ਉਹ ਖੂਨ ਜਿਹੜਾ ਵਹਿ ਰਿਹਾ ਸੀ, ਉਹ ਸਟਾਪ ਹੋ ਗਿਆ। ਸੋ ਸਟੂਡੈਂਟਸ, ਇਹ ਸਟੋਰੀ ਅੱਜ ਦੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਨੈਕਸਟ ਪਾਰਟ ਆਪਾਂ ਫਿਰ ਬਾਕੀ ਅਗਲੇ ਵੀਡੀਓ ਲੈਕਚਰ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਸੋ ਇਹ ਸਟੋਰੀ ਨੂੰ ਤੁਸੀਂ ਇੱਥੋਂ ਤੱਕ ਇੱਕ ਵਾਰੀ ਫੇਰ ਸਟੱਡੀ ਕਰਨਾ, ਬਾਰ-ਬਾਰ ਵਾਚ ਕਰਨਾ ਹੈ ਵੀਡੀਓ ਲੈਕਚਰ ਨੂੰ। ਅਗਰ ਤੁਹਾਨੂੰ ਇਹ ਸਾਡਾ ਅੱਜ ਦਾ ਵੀਡੀਓ ਲੈਕਚਰ ਅੱਛਾ ਲੱਗਾ ਹੋਵੇ ਤੇ ਇਹਨੂੰ ਲਾਈਕ ਵੀ ਕਰਿਓ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਕਰਿਓ। ਥੈਂਕ ਯੂ ਸੋ ਮਚ।